9 ਮਈ ਦੇ ਸਿਲਸਿਲੇ ਦੇ ਵਿੱਚ ਸਜ਼ਾਵਾਂ ਦੇਣੀਆਂ ਸ਼ੁਰੂ ਹੋ ਗਏ ਨੇ ਤੇ ਇਹਦੇ ਉੱਤੇ ਤੁਸੀਂ ਪਾਕਿਸਤਾਨ ਵਿੱਚੋਂ ਕੀ ਖਿਆਲ ਹੈ ਤੁਹਾਡਾ? ਅਹਿਮਦ ਖਾਨ ਬੱਛਰ ਸਾਹਿਬ ਜਿਹੜੇ ਕਾਇਦੇ ਆਪੋਜੀਸ਼ਨ ਨੇ ਪੰਜਾਬ ਅਸੈਂਬਲੀ ਦੇ, ਉਹਨਾਂ ਨੂੰ ਵੀ 10 ਸਾਲ ਕੈਦ ਹੋਈ। ਹੁਣ ਅਗਲੇ ਫੈਸਲਿਆਂ ਦੇ ਵਿੱਚ ਸ਼ਾਹ ਮਹਿਮੂਦ ਕੁਰੈਸ਼ੀ, ਡਾਕਟਰ ਯਾਸਮੀਨ ਰਾਸ਼ਿਦ, ਇਜਾਜ਼ ਚੌਧਰੀ ਸਜ਼ਾ ਇਹਨਾਂ ਨੂੰ ਹੋਣ ਚਾਹੀਦੀ ਹੈ। ਮਗਰ ਉਹੀ ਤੁਹਾਡੀ ਗੱਲ ਹੈ ਕਿ ਮੈਨ ਪ੍ਰਪੋਜ਼ਸ ਗॉड ਡਿਸਪੋਜ਼ਸ। ਡੂ ਯੂ ਥਿੰਕ देयर विल बी अ ग्रेटर डिजास्टर नाउ? ਉਹ ਆਰਡੀਨਰੀ ਜੇ ਲੋਕ ਨੇ, ਉਹਨਾਂ ਨੇ 10,000 ਉਹਨਾਂ ਦੇ ਕਮਜ਼ੋਰੀਆਂ ਨੇ, ਤਾਕਤ ਇੰਨੇ ਉੱਤੇ ਚਲੀ ਜਾਏ ਤੇ ਇਹਦਾ ਮਤਲਬ ਹੁੰਦਾ ਉਹਦਾ ਡਿਕਲਾਈਨ ਸ਼ੁਰੂ ਹੋ ਜਾਏ। ਸੈਨੇਟ ਦਾ ਜਿਹੜਾ ਇਲੈਕਸ਼ਨ ਹੋਇਆ ਜੀ, ਔਰ ਜਿਹੜੇ ਲੋਕ ਡੈਜ਼ਿਗਨੇਟ ਕੀਤੇ ਗਏ ਨੇ, ਨੋਮੀਨੇਟ ਕੀਤੇ ਗਏ ਨੇ, ਡੂ ਯੂ ਥਿੰਕ ਕਿ ਇਮਰਾਨ ਖਾਨ ਦੇ ਡੈਜ਼ਿਗਨੇਟਡ ਨੇ? ਉਹਦਾ ਕੋਈ ਸਬੂਤ ਨਹੀਂ ਹੈ ਕਿ ਇਮਰਾਨ ਖਾਨ ਨੇ ਅਪਰੂਵਲ ਦਿੱਤੀ ਕਿ ਨਹੀਂ ਦਿੱਤੀ ਹੈ। ਕਿ ਇਮਰਾਨ ਖਾਨ ਦੇ ਲਈ ਤਾਂ ਦੋਵੇਂ ਬੜੇ ਇੰਪੋਰਟੈਂਟ ਨੇ। ਇਮਰਾਨ ਨੇ ਕਿਹਾ ਓਕੇ, ਮਿਸ਼ਾਲ ਯੂਸੁਫ ਜ਼ਈ ਦੇ ਲਈ ਕਿਹਾ ਕਿ ਜੀ ਅਸੀਂ ਤੇ ਜੇਲ੍ਹ ਵੀ ਗਏ ਤਾਂ ਤੁਸੀਂ ਵੀ ਕਿਸੇ ਦਿਨ 5 ਮਿੰਟ ਕੱਢ ਕੇ ਕਿਸੇ ਜੇਲ੍ਹ ਦਾ ਦੌਰਾ ਕਰਕੇ ਦੇਖ ਲਓ। अस्सलाम वालेकुम पाकिस्तान, मैं साजिदा अमीन ਆਸਟ੍ਰੇਲੀਆ ਤੋਂ। ਇੰਟਰਨੈਸ਼ਨਲੀ ਅਸੀਂ ਆਪਣਾ ਇਹ ਚੈਨਲ, ਸਾਡਾ ਇਹ ਹਰਫੇ ਸਦਾਕਤ, ਇਹਦੇ ਉੱਤੇ ਅੱਜ ਅਸੀਂ ਪੰਜਾਬੀ ਦੀ ਬੈਠਕ ਲਾਵਾਂਗੇ ਔਰ ਪਾਕਿਸਤਾਨ ਦੇ ਸਿਆਸੀ, ਮੁਆਸ਼ੀ ਔਰ ਸੋਸ਼ਲ ਹਾਲਾਤ ਦੇ ਉੱਤੇ ਗੱਲਬਾਤ ਕਰਾਂਗੇ ਹਮੇਸ਼ਾ। ਔਰ ਮੇਰੇ ਨਾਲ ਹੋਣਗੇ ਇਸਾਰ ਰਾਣਾ ਸਾਹਿਬ, ਜਿਹੜੇ ਆਪਣਾ ਤਾਰੁਫ ਆਪ ਨੇ, ਉਹਨਾਂ ਨਾਲ ਉਹ ਮੇਰਾ ਨਹੀਂ ਖਿਆਲ ਕਿਸੇ ਤਾਰੁਫ ਦੇ ਜਿਹੜਾ ਮੁਹਤਾਜ ਨੇ। ਪਾਕਿਸਤਾਨ ਦੇ ਮੁਖਤਲਿਫ ਪੀਟੀਵੀ ਸਮੇਤ ਚੈਨਲਸ ਦੇ ਉੱਤੇ ਹਮੇਸ਼ਾ ਉਹ ਇੱਕ ਰਿਨਾਊਂਡ ਸ਼ਖਸੀਅਤ ਰਹੇ ਨੇ, ਔਰ ਅੱਜ ਕੱਲ ਵੀ ਉਹ ਹਰ ਤਕਰੀਬਨ ਦੂਸਰੇ ਚੈਨਲ ਤੇ ਐਨਾਲਿਸਿਸ ਦੇ ਰਹੇ ਹੁੰਦੇ ਨੇ, ਕਿਉਂਕਿ ਉਹਨਾਂ ਦਾ ਬਹੁਤ ਤਜਰਬਾ ਹੈ, ਬਹੁਤ ਵਿਜ਼ਨਰੀ ਨੇ। अस्सलाम वालेकुम सर, ਕੀ ਹਾਲ ਹੈ ਤੁਹਾਡਾ? ਜੀ ਵਾਲੇਕੁਮ ਅਸਲਾਮ। ਤੁਸੀਂ ਬਹੁਤ ਚੰਗਾ ਕੀਤਾ, ਤੁਸੀਂ ਮਾਂ ਬੋਲੀ 'ਚ ਗੁਫ਼ਤਗੂ ਸ਼ੁਰੂ ਕੀਤੀ ਹੈ ਤੇ ਇਹ ਬੜੀ ਅੱਛੀ ਗੱਲ ਹੈਗੀ ਹੈ। ਤੇ ਕਿਉਂਕਿ ਬੰਦਾ ਰੋਂਦੇ ਆ ਤੇ ਹੱਸਦੇ ਆ ਨਾ, ਆਪਣੀ ਮਾਂ ਬੋਲੀ 'ਚ ਹੀ ਰੋਂਦਾ ਤੇ ਮਾਂ ਬੋਲੀ 'ਚ ਹੀ ਹੱਸਦਾ। ਤੇ ਅੱਜ ਅਸੀਂ ਇਹ ਜਿਹੜਾ ਤੁਸੀਂ ਸਿਲਸਿਲਾ ਸ਼ੁਰੂ ਕੀਤਾ, ਇਹਦੇ 'ਚ ਅਸੀਂ ਮਾਂ ਬੋਲੀ 'ਚ ਹੱਸਾਂਗੇ ਵੀ ਤੇ ਰੋਵਾਂਗੇ ਵੀ, ਤਾਂ ਕਿ ਸਾਡੇ ਜਿਹੜੇ ਲੋਕ ਨੇ ਸਾਡੀ ਗੱਲ ਨੂੰ ਉਂਝ ਹੀ ਮਹਿਸੂਸ ਕਰਨ ਜਿਵੇਂ ਅਸੀਂ ਦਿਲੋਂ ਕਹਿੰਦੇ ਆ। ਐਗਜ਼ੈਕਟਲੀ, ਕਿਉਂਕਿ ਜਿਹੜਾ ਕੋਈ ਆਪਣੀ ਜ਼ਬਾਨ ਬੋਲਦਾ ਉਹ ਤੁਹਾਡੇ ਨਾਲ ਰੈਜ਼ੋਨੇਟ ਕਰਦਾ, ਰਾਈਟ? ਤੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਕੁਐਸਚਨ ਹੈ, ਸਵਾਲ ਅੱਜ ਕਰਾਂਗੀ ਕਿ 9 ਮਈ ਦੇ ਸਿਲਸਿਲੇ ਦੇ ਵਿੱਚ ਸਜ਼ਾਵਾਂ ਦੇਣੀਆਂ ਸ਼ੁਰੂ ਹੋ ਗਏ ਨੇ ਤੇ ਇਹਦੇ ਉੱਤੇ ਤੁਸੀਂ ਪਾਕਿਸਤਾਨ ਵਿੱਚੋਂ ਵਟ ਇਜ਼ ਯੋਰ ਲਾਈਕ ਵਿਜ਼ਨ ਔਨ ਇਟ? ਕੀ ਖਿਆਲ ਹੈ ਤੁਹਾਡਾ? ਗੱਲ ਇਹ ਹੈ ਕਿ ਅੱਜ ਨਾ ਇੰਸਦਾਦ ਦਹਿਸ਼ਤਗਰਦੀ ਦੀ ਸਰਗੋਦਾ ਦੀ ਅਦਾਲਤ ਨੇ ਨਾ 39 ਬੰਦਿਆਂ ਨੂੰ 10-10 ਸਾਲ ਕੈਦ ਦੀ ਸਜ਼ਾ ਦਿੱਤੀ ਹੈ 9 ਮਈ ਦੇ ਵਿੱਚ। ਅੱਛਾ, ਇਹਦੇ ਵਿੱਚ ਜਿਹੜੀ ਸਭ ਤੋਂ ਇੰਪੋਰਟੈਂਟ ਚੀਜ਼ ਹੈ ਉਹ ਇਹ ਵੇ ਕਿ ਅਹਿਮਦ ਖਾਨ ਬੱਛਰ ਸਾਹਿਬ ਜਿਹੜੇ ਕਾਇਦੇ ਆਪੋਜੀਸ਼ਨ ਨੇ ਪੰਜਾਬ ਅਸੈਂਬਲੀ ਦੇ, ਉਹਨਾਂ ਨੂੰ ਵੀ 10 ਸਾਲ ਕੈਦ ਹੋਈ ਹੈ। ਜਿਹਦਾ ਮਤਲਬ ਹੋਇਆ ਕਿ ਉਹ ਕੈਦ ਵੀ ਹੋਣਗੇ, ਉਹਨਾਂ ਦੀ ਰੁਕਨੀਅਤ ਵੀ ਖਤਮ ਹੋਏਗੀ ਤੇ ਕਾਇਦੇ ਆਪੋਜੀਸ਼ਨ ਜਿਹੜਾ ਪੰਜਾਬ ਅਸੈਂਬਲੀ ਦਾ ਉਹ ਵੀ ਚੇਂਜ ਹੋਏਗਾ। ਤੇ ਇਹ ਮੈਂ ਬੜੇ ਦਿਨਾਂ ਦਾ ਤਾਂ ਕਹਿ ਰਿਹਾ ਸਾਂ ਸਾਜਦਾ ਕਿ ਹਾਲਾਤ ਪੀਟੀਆਈ ਲਈ ਬੜੇ ਟਫ ਹੋਣ ਚੱਲੇ ਨੇ, ਔਰ ਹੁਣ ਪਤਾ ਚੱਲੇਗਾ ਕਿ ਕਿਹੜਾ ਖੜਾ ਹੁੰਦਾ ਹੈ ਜ਼ਮੀਨ ਤੇ ਤੇ ਕਿਹੜਾ ਦੌੜਦਾ ਹੈ, ਕਿਉਂਕਿ ਆਗਾਜ਼ ਹੋ ਗਿਆ। ਹੁਣ ਅਗਲੇ ਫੈਸਲਿਆਂ ਦੇ ਵਿੱਚ ਸ਼ਾਹ ਮਹਿਮੂਦ ਕੁਰੈਸ਼ੀ, ਡਾਕਟਰ ਯਾਸਮੀਨ ਰਾਸ਼ਿਦ, ਇਜਾਜ਼ ਚੌਧਰੀ ਤੇ ਇਹ ਸਾਰੇ ਲੋਕ ਨਾ ਸਜ਼ਾ ਇਹਨਾਂ ਨੂੰ ਹੋਣ ਚਾਹੀਦੀ ਹੈ। ਤੇ ਇਹ ਪਾਕਿਸਤਾਨ ਦੀ এনवायरमेंट ਬਦਲਣ ਲੱਗੀ। ਸਮਝੋ ਜਿਹੜਾ ਰਜੀਮ ਚੇਂਜ ਆਪਰੇਸ਼ਨ ਸੀਗਾ ਨਾ, ਉਹ ਹੁਣ ਆਪਣੇ ਪੂਰੇ ਮੰਤਕੀ ਅੰਜਾਮ ਵੱਲ ਚੱਲਿਆ। ਤੇ ਇਹਦੇ ਵਿੱਚ ਜਦੋਂ ਇਹ ਸਾਰੇ ਲੋਕੀ ਫਾਰਗ ਹੋ ਜਾਣਗੇ ਤੇ ਇਹਦਾ ਮਤਲਬ ਇਹ ਹੋਏਗਾ ਕਿ ਇਹ ਜਿਹੜਾ ਰਜੀਮ ਚੇਂਜ ਦਾ ਪ੍ਰੋਜੈਕਟ ਸੀ ਉਹ ਮੁਕੰਮਲ ਹੋ ਜਾਏਗਾ। ਇਹ ਬੰਦੇ ਕੱਢੇ ਜਾਣਗੇ, ਜਿੰਨਿਆਂ ਨੂੰ ਸਜ਼ਾ ਹੋਏਗੀ ਉਹਨਾਂ ਦੀ ਥਾਂ ਤੇ ਨਵੇਂ ਇਲੈਕਸ਼ਨ ਹੋਣਗੇ ਤੇ ਇਹ ਮੁਮਕਿਨ ਹੀ ਨਹੀਂ ਕਿ ਪੀਟੀਆਈ ਦੇ ਬੰਦਿਆਂ ਨੂੰ ਜਿਤਵਾਤਾ ਜਾਏ। ਤੇ ਉੱਥੇ ਨੂਨ ਲੀਗ ਦੇ ਬੰਦੇ ਆਣਗੇ ਤੇ ਨੂਨ ਲੀਗ ਦੇ ਬੰਦੇ ਆ ਕੇ ਬਹਿਣਗੇ। ਤੇ ਤੁਸੀਂ ਇਹ ਸਮਝ ਲਓ ਕਿ ਇਸ ਜਿਹੜਾ ਅਗਲੇ 10 ਸਾਲ ਦਾ, ਯਾਦ ਹੈ ਮੈਂ ਤੁਹਾਨੂੰ ਪਿਛਲੇ ਵੀਲੌਗ ਹੀ ਤੁਹਾਨੂੰ ਕਿਹਾ ਸੀਗਾ ਕਿ ਇਹ ਅਗਲੇ 10 ਸਾਲ ਦੀ ਪਲੈਨਿੰਗ ਹੋ ਰਹੀ ਹੈ। ਤੇ ਅਗਲੇ 10 ਸਾਲ ਦੇ ਲਈ ਅਸੈਂਬਲੀ ਦੇ ਵਿੱਚ ਇਹ ਪੀਟੀਆਈ ਦਾ ਸਫਾਇਆ ਕਰਕੇ ਤੇ ਆਪਣੇ ਬੰਦੇ ਬਿਠਾਣਗੇ ਤੇ ਕਰਨਗੇ। ਇਹ ਤੇ ਇਹਨਾਂ ਦਾ ਸਕ੍ਰਿਪਟ ਹੈ। ਅੱਲਾ ਨੇ ਕੀਤਾ ਇਹ ਕੁਝ ਹੋਰ ਹੋ ਸਕਦਾ, ਅੱਲਾ ਜਾਣੇ। ਬੰਦਾ ਤੇ 100 ਸਾਲ ਦੀ ਕਰਦਾ ਹੈ, ਉਹ ਜੰਨਤ ਬਣਾਉਂਦਾ ਹੈ ਤੇ ਉਹਦੇ ਚ ਪੈਰ ਵੀ ਨਹੀਂ ਰੱਖ ਪਾਉਂਦਾ। ਤੇ ਇਹ ਸੂਰਤ ਹਾਲ ਹੈ। ਤੇ ਅਸਲ ਇਮਰਾਨ ਖਾਨ ਦੇ ਚਾਹਣ ਵਾਲਿਆਂ ਦਾ ਇਮਤਿਹਾਨ ਹੁਣ ਸ਼ੁਰੂ ਹੋਣਾ ਹੈ। ਤੇ ਮੇਰੀ ਇਤਲਾਤ ਇਹ ਵੀ ਹੈ ਕਿ ਜਿਹੜੇ
ਮੇਰੇ ਵਰਗੇ ਯੂਟਿਊਬਰਸ ਤੇ ਇਸ ਤਰ੍ਹਾਂ ਦੇ ਲੋਕ ਨੇ, ਇਹਨਾਂ ਦੇ ਉੱਤੇ ਵੀ ਕ੍ਰੈਕਡਾਊਨ ਹੋਏਗਾ, ਕਿਉਂਕਿ ਹੁਣ ਅੱਛਾ। ਆਖਰੀ ਆਵਾਜ਼ ਇਹ ਰਹਿ ਗਏ ਨੇ। ਕੁਝ ਤੇ ਹੂੰ। ਪਾਕਿਸਤਾਨ ਛੱਡ ਕੇ ਭੱਜ ਗਏ, ਜਿਹੜੇ ਥੋੜੇ ਜਿਹੇ ਹੂੰ। ਮੇਰੇ ਵਰਗੇ ਇੱਥੇ ਬਹਿ ਕੇ ਗੱਲ ਕਰਦੇ ਨੇ, ਉਹਨਾਂ ਦੀ ਜ਼ਬਾਨਬੰਦੀ ਕਰਤੀ ਜਾਏ ਤਾਂ ਕਿ ਹੂੰ। ਪੂਰਾ ਸਿਸਟਮ ਹੀ ਵਲੇਟਦਾ ਜਾਏ। ਤੇ ਬਸ ਦੁਆ ਕਰੋ ਕਿ ਇਹਦੇ ਵਿੱਚ ਸਾਬਿਕ ਸਪੀਕਰ ਨਾਸਿਰ ਚੱਠਾ ਸਾਹਿਬ ਦੇ ਜਿਹੜੇ ਸਾਹਿਬਜ਼ਾਦੇ ਨੇ ਨਾ, ਅਹਿਮਦ ਚੱਠਾ, ਉਹਨਾਂ ਨੂੰ ਵੀ ਸਜ਼ਾ ਹੋਈ। ਓਹੋ, ਇਹ ਤੇ ਬਹੁਤ ਬੁਰੀ ਖਬਰ ਹੈ। ਮਗਰ ਉਹੀ ਜੀ। ਤੁਹਾਡੀ ਗੱਲ ਹੈ ਕਿ ਮੈਨ ਪ੍ਰਪੋਜ਼ਿਸ ਗॉड ਡਿਸਪੋਜ਼ਿਸ। ਔਨ ਦਾ ਫੇਸ ਆਫ ਇਟ ਤੇ ਮਾਲੀਆਮੇਟ ਹੀ ਕਰਨੇ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਨਾ। ਹਾਂਜੀ। ਤੇ ਹੁਣ ਫਿਰ ਇਹਦੇ ਅੰਦਰ ਜਿਹੜਾ ਪੀਟੀਆਈ ਦੇ ਅੰਦਰ ਵੀ ਬਹੁਤ ਕਨਫਲਿਕਟ ਹੈ, ਉਹਨੂੰ ਤੁਸੀਂ ਕਿਸ ਤਰ੍ਹਾਂ ਫਿਰ ਦੇਖਦੇ ਹੋ ਐਸ ਕੰਟੈਕਸਟ ਜੋ ਕੁਝ ਹੋ ਰਿਹਾ ਹੈ? ਡੂ ਯੂ ਥਿੰਕ देयर विल बी अ ग्रेटर डिजास्टर नाउ? ਐਕਚੁਅਲੀ ਨਾ ਮੈਂ ਇਹ ਸਮਝਦਾ ਕਿ ਇਹ ਜਿਹੜੀ ਬਾਹਰ ਕੌਨਫਲਿਕਟ ਹੋ ਰਹੀ ਹੈ, ਲੜਾਈਆਂ ਹੋ ਰਹੀਆਂ ਨੇ, ਇਹ ਜ਼ਾਹਿਰ ਹੈ ਤਾਕਤਵਰ ਇਸਟੈਬਲਿਸ਼ਮੈਂਟ ਹੈ। ਉਹ ਬਾਹਰ ਜਿਹੜੇ ਬੰਦੇ ਨੇ ਉਹ ਐਡੇ ਜੋਗੇ ਨਹੀਂ ਹੈਗੇ ਕਿ ਉਹ ਇਮਰਾਨ ਖਾਨ ਅੰਗਰ ਇਸਟੈਬਲਿਸ਼ਮੈਂਟ ਦੇ ਸਾਹਮਣੇ ਖੜੇ ਹੋ ਜਾਣਗੇ ਜਾਂ ਕੋਈ हम्म। ਪੈਰਾਂ ਦੀ ਮਿੱਟੀ ਨਹੀਂ ਛੱਡਣਗੇ। ਉਹ ਆਰਡੀਨਰੀ ਜੇ ਲੋਕ ਨੇ, ਉਹਨਾਂ ਨੇ 10,000 ਉਹਨਾਂ ਦੇ ਕਮਜ਼ੋਰੀਆਂ ਨੇ, ਠੀਕ ਹੈ ਨਾ, एग्जैक्टली। ਤੇ ਉਹ ਐਕਸਪਲਾਈਟ ਹੁੰਦੇ ਨੇ। ਸੋ ਇੱਕ ਗੱਲ ਮੈਂ ਤੁਹਾਨੂੰ ਦੱਸਾਂ, ਇਮਰਾਨ ਖਾਨ ਨੂੰ ਆਹਿਸਤਾ ਆਹਿਸਤਾ ਕੱਲਿਆ ਕਰ ਦੇਣਗੇ, हम्म। ਔਰ ਦੂਜੇ ਪਾਸੇ ਲੀਡਰਸ਼ਿਪ ਇਮਰਾਨ ਖਾਨ ਦੇ ਲਈ ਬੰਦੇ ਨਹੀਂ ਨਿਕਲਣ ਦੇਗੀ, ਠੀਕ ਹੈ। हाँ। ਔਰ ਆਹਿਸਤਾ ਆਹਿਸਤਾ ਬੰਦੇ ਘਰ ਬਹਿ ਜਾਣਗੇ, ਲੀਡਰਸ਼ਿਪ ਖਤਮ ਹੋ ਜਾਏਗੀ, ਪੀਟੀਆਈ ਨੂੰ ਤੋੜ ਦੇਣਗੇ ਤੇ ਇਮਰਾਨ ਕੱਲਾ ਰਹਿ ਜਾਏਗਾ, ਠੀਕ ਹੈ, ਜੇਲ੍ਹ ਵਿੱਚ। ਉਹਦੀ ਆਵਾਜ਼ ਚੁੱਕਣ ਵਾਲੇ ਨਹੀਂ ਰਹਿਣਗੇ। ਮੈਂ ਦੱਸਿਆ ਸਾਡੇ ਵਰਗੇ ਬੰਦਿਆਂ ਦੀ ਜ਼ਬਾਨਬੰਦੀ ਕਰਤੀ ਜਾਏਗੀ। ਅੱਛਾ, ਇੱਥੋਂ ਨਾ ਮੇਰਾ ਵਿਜਦਾਨ ਇਹ ਕਹਿੰਦਾ ਹੈ ਕਿ ਇੱਥੋਂ ਹੀ ਕੁਝ ਨਾ ਕੁਝ ਚੇਂਜ ਹੁੰਦੀ ਹੈ। ਜਦੋਂ हम्म। ਤਾਕਤ ਇੰਨੇ ਉੱਤੇ ਚਲੀ ਜਾਏ ਤੇ ਇਹਦਾ ਮਤਲਬ ਹੁੰਦਾ ਉਹਦਾ ਡਿਕਲਾਈਨ ਸ਼ੁਰੂ ਹੋ ਗਿਆ। सही। ਸਭ ਕੁਝ ਤੁਹਾਡੇ ਹੱਥ 'ਚ ਆ ਜਾਏ ਤਾਂ ਇਹਦਾ ਮਤਲਬ ਹੈ ਕਿ ਹੁਣ ਤੁਹਾਡੇ ਹੱਥ 'ਚ ਆਉਣ ਵਾਲਾ ਕੋਈ ਨਹੀਂ, ਹੁਣ ਹੱਥੋਂ ਨਿਕਲਣ ਵਾਲਾ ਹੀ ਹੋਣਾ। ਇਮਰਾਨ ਖਾਨ ਦੇ हम्म। ਕੋਲੋਂ ਤੁਸੀਂ ਸਭ ਕੁਝ ਖੋਹ ਲੋਗੇ ਤੇ ਫਿਰ ਉਹਦੇ ਬਾਅਦ ਉਹਦਾ ਕੁਝ ਹੋਰ ਖੋ ਨਹੀਂ ਸਕਦੇ। ਇਹਦਾ ਮਤਲਬ ਹੈ ਉਹਨੂੰ ਕੁਝ ਨਾ ਕੁਝ ਵਾਪਸੀ ਸ਼ੁਰੂ ਹੋਏਗੀ। ਪਰ ਇਹ ਗੱਲ ਮੇਰੀ ਯਾਦ ਰੱਖਣਾ ਕਿ ਇਮਰਾਨ ਖਾਨ ਨੂੰ ਇਹ ਲੰਮੇ ਅਰਸੇ ਨਹੀਂ ਢੱਕ ਸਕਦੇ। हम्म। ਇਮਰਾਨ ਖਾਨ ਨੂੰ ਦਾ ਨੈਰੇਟਿਵ ਹੈ ਨਹੀਂ ਮੁਕਾ ਸਕਦੇ। ਉਹ ਹੁਣ ਲਿਖਿਆ ਗਿਆ। ਤੁਸੀਂ हम्म। ਪਾਕਿਸਤਾਨ ਆਓ ਤੇ ਤੁਸੀਂ 7 ਸਾਲ ਦੇ, 8 ਸਾਲ ਦੇ, 9 ਸਾਲ ਦੇ ਬੱਚੇ ਨੂੰ ਪੁੱਛੋ ਤੇ ਉਹ ਕਹਿਣਗੇ ਇਮਰਾਨ ਖਾਨ। हम्म। ਇਮਰਾਨ ਖਾਨ 3 ਨਸਲਾਂ ਦੇ ਵਿੱਚ ਸਰਾਇਤ ਕਰ ਗਿਆ ਹੈ। ਉਹਨੂੰ ਕੱਢਣਾ बिल्कुल। ਐਡਾ ਆਸਾਨ ਨਹੀਂ ਗਾ। ਹੁਣ ਇਸਟੈਬਲਿਸ਼ਮੈਂਟ ਦੇ ਲਈ ਸਿਰਫ ਇੱਕੋ ਹੀ ਰੋਲ ਆਉਣਾ ਹੈ ਕਿ ਅਸੀਂ ਕਿਸ ਤਰ੍ਹਾਂ ਇਮਰਾਨ ਖਾਨ ਨੂੰ ਡੀਲ ਕਰਕੇ ਤੇ ਮਾਮਲੇ ਨੂੰ ਡਿਸਪੋਜ਼ ਆਫ ਕਰੀਏ। ਤੇ ਇਮਰਾਨ ਖਾਨ ਔਖੀ ਖੀਰ ਹੈ, ਉਹਨੂੰ ਖਾਣਾ ਐਡਾ ਆਸਾਨ ਨਹੀਂ। हम्म। जो होना है वो तो एग्जैक्टली हो के रहना है। इमरान खान, अल्लाह ताला ने अगर इस पासे ध्यान कीता है इमरान खान दा, अदरवाइज ते वो स्पोर्ट्समैन सी स्पोर्ट्स ही खेलदा रहंदा ना जी। ते ऐसा ते मेरा भी मनना है कि इमरान खान को अल्लाह ताला ने कोई ਵੱਡਾ ਹੀ ਕੰਮ ਲੈਣਾ ਹੈ। ਭਾਵੇਂ ਕੁਝ ਵੀ ਸਾਹਮਣੇ ਨਜ਼ਰ ਆ ਰਿਹਾ ਹੈ ਨਾ, ਮਗਰ ਸਾਨੂੰ ਤੇ ਇਸ ਤਰ੍ਹਾਂ ਹੀ ਲੱਗਦਾ ਜਿਸ ਤਰ੍ਹਾਂ ਤੁਸੀਂ ਕਿਹਾ ਹੈ। ਇਥੇ ਮੈਂ ਕਹਾਂਗੀ ਕਿ ਚੜ੍ਹਦੇ ਸੂਰਜ ਢਲਦੇ ਵੇਖੇ, ਬੁਝਦੇ ਦੀਵੇ ਬਲਦੇ ਵੇਖੇ, ਇੰਝ ਹੀ ਹੁੰਦਾ ਹੈ। ਜੀ ਇੰਝ ਹੀ ਹੁੰਦਾ, ਇੰਝ ਹੀ ਹੁੰਦਾ। ਤੇ ਅਸੀਂ ਤਾਂ ਆਪਣੀ ਪੂਰੀ ਲਾਈਫ ਵਿੱਚ ਇੰਝ ਹੀ ਦੇਖੇ। ਜੀ। ਤੇ ਮੈਂ ਤੁਹਾਡੇ ਕੋਲ ਇਹ ਪੁੱਛਾਂਗੀ ਕਿ ਸੈਨੇਟ ਦਾ ਜਿਹੜਾ ਇਲੈਕਸ਼ਨ ਹੋਇਆ ਜੀ, ਔਰ ਜਿਹੜੇ ਲੋਕ ਡੈਜ਼ਿਗਨੇਟ ਕੀਤੇ ਗਏ ਨੇ, ਨੋਮੀਨੇਟ ਕੀਤੇ ਗਏ ਨੇ, ਡੂ ਯੂ ਥਿੰਕ ਕਿ ਇਮਰਾਨ ਖਾਨ ਦੇ ਡੈਜ਼ਿਗਨੇਟਿਡ ਨੇ? ਇਹ ਹੈ, ਇਹ ਕੁਝ ਦਿਨ ਤੁਸੀਂ ਦੇਖਣਾ, ਬੈਰਿਸਟਰ ਸੈਫ ਗਏ ਸਨ ਇਮਰਾਨ ਖਾਨ ਨੂੰ ਮਿਲਣ ਪੈਰਿਸ ਲੈ ਹੂੰ। ਕੇ, ਹੂੰ। ਤੇ ਬਾਹਰ ਆ ਕੇ ਉਹਨਾਂ ਨੇ ਕਿਹਾ ਜੀ ਇਮਰਾਨ ਖਾਨ ਨੇ ਦੀ ਅਪਰੂਵਲ ਦਿੱਤੀ ਹੈ। ਉਹਦਾ ਠੀਕ। ਕੋਈ ਸਬੂਤ ਨਹੀਂ ਹੈਗਾ ਹੂੰ। ਕਿ ਇਮਰਾਨ ਖਾਨ ਨੇ ਅਪਰੂਵਲ ਦਿੱਤੀ ਕਿ ਨਹੀਂ ਦਿੱਤੀ। ਹੂੰ। ਹੋ ਸਕਦਾ ਹੈ ਕਿ ਇਹਨਾਂ ਨੇ ਜਦੋਂ ਉੱਤੇ ਨਾਮ ਮੁਰਾਦ ਸਈਦ ਦਾ ਲਿਖਿਆ ਹੈ, ਫੈਸਲ ਹਾਂ। ਜਵੇਦ ਦਾ ਲਿਖਿਆ ਹੈ ਤੇ ਇਮਰਾਨ ਖਾਨ ਦੇ ਲਈ ਤਾਂ ਦੋਵੇਂ ਬੜੇ ਇੰਪੋਰਟੈਂਟ ਨੇ। ਤੇ ਹੂੰ। ਇਮਰਾਨ ਨੇ ਕਿਹਾ ਓਕੇ, ਤੇ ਥੱਲੇ ਹੂੰ। ਇਹਨਾਂ ਨੇ ਆਪਣੇ 2 ਬੰਦੇ ਪਾਤੇ, ਕਿਉਂਕਿ ਅਜੇ ਨੀਮਾ ਖਾਨ ਹਾਂ। ਨੇ ਮਿਸ਼ਾਲ ਯੂਸੁਫ ਜ਼ਈ ਦੇ ਲਈ ਕਿਹਾ ਹੈ ਕਿ ਜੀ ਅਸੀਂ ਤੇ ਜੇਲ੍ਹ ਵੀ ਗਏ ਆ, ਤਾਂ ਤੁਸੀਂ ਵੀ ਕਿਸੇ ਦਿਨ 5 ਮਿੰਟ ਕੱਢ ਕੇ ਕਿਸੇ ਜੇਲ੍ਹ ਦਾ ਦੌਰਾ ਕਰਕੇ ਦੇਖ ਲਓ, ਤੁਹਾਨੂੰ ਹੂੰ। ਕਿਸੇ ਟਿਕਟ ਮਿਲ ਗਈ, ਤੁਸੀਂ ਕਿਸੇ ਕਾਮਯਾਬ ਹੋ ਗਏ। ਤੇ ਉਹਨਾਂ ਨੇ ਐਸੇ ਇੰਤਖਾਬਾਤ ਨੂੰ ਬਿਲਕੁਲ ਹੀ ਓਪਨ ਕਰਤਾ ਹੈ, ਔਰ ਸਹੀ। ਮਤਲਬ ਇਨਡਾਇਰੈਕਟਲੀ ਇਹ ਕਹਿਤਾ ਹੈ ਕਿ ਜੀ ਇੱਥੇ ਜਿਹੜਾ ਹੈਗਾ ਪਰਚੀ ਚੱਲੀ ਹੈ, ਤੇ ਬੜੇ ਲੰਮੇ ਛੋਟੇ ਮੋਟੇ ਪੈਸੇ ਨਹੀਂ, ਵਾਹ ਪੈਸਿਆਂ ਦੇ ਨਾਲ ਗੇਮ ਬਣੀ ਹੈ ਸਾਰੀ ਜੋ ਵੀ ਚੱਲੀ। ਸਹੀ ਗੱਲ ਹੈ। ਕਿਉਂਕਿ ਉਹ ਮਿਰਜ਼ਾ ਅਫਰੀਦੀ ਉੱਥੇ ਜਿਸ ਵਕਤ ਗਏ ਨੇ ਗੰਡਾਪੁਰ ਐਂਡ ਕੋ,
ਆਲ ਦਾ ਮੈਂਬਰਸ ਤੇ ਉੱਥੇ ਫਿਰ ਉਹ ਜੋ ਕੁਝ ਇੰਨਾ ਵੱਡਾ ਫੰਕਸ਼ਨ ਹੋਇਆ ਤਾਂ ਆਬਵੀਅਸਲੀ ਅਸੀਆਂ ਚੀਜ਼ਾਂ ਤੇ ਹੋਈਆਂ ਹੀ ਜੀ ਨੇ। ਜੀ। ਅੱਛਾ, ਅਗਲਾ ਕੁਐਸਚਨ ਮੇਰਾ ਇਹ ਵੇ ਤੁਹਾਡੇ ਕੋਲੋਂ ਕਿ ਇਹ ਜਿਹੜਾ 5 ਅਗਸਤ ਦਾ ਹੋ ਰਿਹਾ ਹੈ, ਹੁਣ ਚਲੋ ਸੈਨੇਟ ਦੇ ਇਲੈਕਸ਼ਨਸ ਤੇ ਖਤਮ ਹੋ ਗਏ, ਉਸ ਦੇ ਬਾਰੇ ਚ ਤੁਹਾਡਾ ਕੀ ਖਿਆਲ ਹੈ ਕਿ ਵਿਲ ਇਟ ਬੀ ਸਕਸੈਸਫੁਲ, ਤੇ ਲੋਕ ਨਿਕਲਣਗੇ ਔਰ ਜਿਹੜੀ ਲੀਡਰਸ਼ਿਪ ਹੈ ਉਹਦੇ ਤੋਂ ਤੇ ਕੋਈ ਉਮੀਦ ਨਹੀਂ ਲੱਗਦੀ, ਕੁਝ ਹੋ ਨਹੀਂ ਰਿਹਾ, ਤੁਹਾਨੂੰ ਕੀ ਨਜ਼ਰ ਆ ਰਿਹਾ ਹੈ? ਇਹਦੇ ਵਿੱਚ ਦੋ ਚੀਜ਼ਾਂ ਨੇ ਮੁਹਤਰਮਾ ਸਾਹਿਬ, ਕਿ ਇੱਕ ਗਲਤ ਪਰਸੈਪਸ਼ਨ ਹੈ ਬਣੀ ਕਿ ਖਬਰੇ 5 ਅਗਸਤ ਡੀ ਡੇ ਵੇ। 5 ਜੀ ਅਗਸਤ ਡੀ ਡੇ ਨਹੀਂ ਹੈਗਾ। ਠੀਕ ਇਮਰਾਨ ਖਾਨ ਨੇ ਕਿਹਾ ਕਿ ਇਸ ਤਹਿਰੀਕ ਨੂੰ 5 ਅਗਸਤ ਦੀ ਕਰ ਜ਼ਰਾ ਪੀਕ ਤੇ ਲੈ ਕੇ ਆਓ। ਠੀਕ ਹੈ। ਉਹ ਕਿਧਰੇ ਮਤਲਬ ਇਹ ਨਹੀਂ ਹੈਗਾ ਕਿ ਕੋਈ 26 ਨਵੰਬਰ ਵਰਗਾ ਕੋਈ ਦਿਨ ਬਣੇਗਾ ਜਾਂ ਕੁਝ ਹੋਏਗਾ, ਇੰਜ ਨਹੀਂ ਹੈਗਾ। ਹੂੰ ਪੀਟੀਆਈ ਕੀ ਕਰੇਗੀ, ਪਾਕਿਸਤਾਨ ਦੇ ਮੁਖਤਲਿਫ ਸ਼ਹਿਰਾਂ ਦੇ ਵਿੱਚ ਰੈਲੀਜ਼ ਕੱਢੇਗੀ, ਬੈਠਕਾਂ ਕਰੇਗੀ, ਤੇ ਇੱਕ ਵੋਟ ਆਫ ਕਹਿਣਾ ਚਾਹੀਦਾ ਇਮਰਾਨ ਖਾਨ ਦੇ 2 ਸਾਲ ਹੋ ਜਾਣਗੇ ਨਾ 5 ਅਗਸਤ ਹੂੰ ਨੂੰ, ਤੇ ਉਹ ਉਹਦੇ ਮੁਤਾਬਿਕ ਉਹ ਇੱਕ ਪ੍ਰੋਟੈਸਟ ਕਰਨਗੇ ਤੇ ਦੱਸਣਗੇ ਕਿ ਪੀਟੀਆਈ 2 ਸਾਲ ਵਿੱਚ ਵੀ ਨਹੀਂ ਮਰੀ, ਜ਼ਿੰਦਾ ਹੈ ਵੇ। ਹੂੰ ਉਹਦੇ ਬਾਅਦ ਆਹਿਸਤਾ ਆਹਿਸਤਾ ਤਹਿਰੀਕ ਵਧੇਗੀ, ਕੰਮ ਅੱਗੇ ਵਧੇਗਾ। ਲਾਹੌਰ ਵਿੱਚ ਤੇ ਕੋਈ ਬੰਦਾ ਇੱਕ ਜ਼ਿੰਦਾਬਾਦ ਦਾ ਨਾਰਾ ਲਾਏ ਤੇ ਉਹ ਫੜਿਆ ਜਾਂਦਾ, ਤੇ ਇੱਥੇ ਤੇ ਹਾਲਾਤ ਬਹੁਤ ਬੁਰੇ ਨੇ। ਪਰਸੋਂ ਜਿਹੜਾ ਰੈਲੀ ਨਿਕਲੀ ਹੈ ਤੇ ਉਹਦੇ ਜਿੰਨ ਬੰਦੇ ਗ੍ਰਿਫਤਾਰ ਹੋ ਗਏ, ਕੱਲ ਉਹ ਪੀਟੀਆਈ ਦੇ ਵਕਲਾ ਨੇ ਉਹਨਾਂ ਨੂੰ ਜਾ ਕੇ ਰਿਲੀਜ਼ ਕਰਾਇਆ ਹੈ। ਸੋ ਆਲੀਆ ਹਮਜ਼ਾ ਨਾਲ ਮੇਰੀ ਗੱਲ ਹੋਈ ਕੱਲ, ਮੈਂ ਬੜੀ ਤਫਸੀਲੀ ਮੇਰੀ ਬੈਠਕ ਹੋਈ ਉਹਨਾਂ ਦੇ ਨਾਲ, ਤੇ ਆਲੀਆ ਹਮਜ਼ਾ ਬੜੀ ਕੌਨਫੀਡੈਂਟ ਸੀ। ਉਹ ਕਹਿੰਦੀ ਸੀ ਕਿ ਇਨਸ਼ਾਅੱਲਾ ਤਾਲਾ 5 ਅਗਸਤ ਤੱਕ ਅਸੀਂ ਇੱਕ ਮੋਮੈਂਟਮ ਬਣਾ ਲਾਂਗੇ। ਹਾਲਾਂਕਿ ਮੈਂ ਉਹਨੂੰ ਕਿਹਾ ਕਿ ਤੁਹਾਡੇ ਮੋਮੈਂਟਮ ਦੇ ਗੁਬਾਰੇ ਤੇ ਤੁਹਾਡੇ ਸੀਐਮ ਨੇ ਉਹਨੂੰ ਹਵਾ ਕੱਢਤੀ ਹੈ ਕਹਿ ਕੇ ਕਿ 90 ਦਿਨ ਦਾ ਹੈਗਾ। ਉਹਦੇ ਤੇ ਉਹਨੇ ਖਾਮੋਸ਼ੀ ਇਖਤਿਆਰ ਕੀਤੀ, ਕੋਈ ਕਮੈਂਟ ਨਹੀਂ ਕੀਤਾ। ਉਹਨੇ ਕਿਹਾ ਮੈਂ ਕਮੈਂਟ ਨਹੀਂ ਕਰਨਾ ਚਾਹੁੰਦੀ, ਲੇਕਿਨ ਅਸੀਂ ਉਹੀ ਕਰਾਂਗੇ ਜਿਹੜਾ ਸਾਡੇ ਚੇਅਰਮੈਨ ਨੇ ਕਿਹਾ, ਵਜ਼ੀਰ ਆਜ਼ਮ ਨੇ ਕਿਹਾ, ਅਸੀਂ ਉਹਦੇ ਨਾਲ ਹੀ ਗਏ। ਸਾਨੂੰ ਕਿਸੇ ਨੇ ਕੀ ਕਿਹਾ ਸਾਨੂੰ ਕੋਈ ਪਰਵਾਹ ਨਹੀਂ ਕੀ। ਸੋ ਜਿਹੜੇ ਵਰਕਰ ਨੇ ਨਜ਼ਰੀਆਤੀ ਉਹ ਤੇ ਲੱਗੇ ਨੇ, ਤੇ ਕੋਈ ਨਾ ਕੋਈ 9-5 ਤੱਕ ਕੋਈ ਨਾ ਕੋਈ ਰਿਜ਼ਲਟ ਨਿਕਲੇਗਾ। ਹਾਂ, ਕੋਈ ਥੋੜਾ ਉਹਦੇ ਚ ਇੱਕ ਜੁੰਬਿਸ਼ ਤੇ ਲੱਗ ਰਹੀ ਹੈ, ਜਿਸ ਤਰ੍ਹਾਂ ਆਬਾਦ ਫਾਰੂਕ ਨੂੰ ਦੇਖ ਰਹੇ ਸਾਂ ਅਸੀਂ YouTube ਦੇ ਉੱਤੇ, ਲੋਕਾਂ ਨੂੰ ਉਹਨਾਂ ਨੇ ਕੱਢਿਆ ਹੈ, ਔਰ ਨਾਲ ਉਹ ਸਨਮ ਜਾਵੇਦ ਹੈ ਆਈ ਥਿੰਕ ਉਹ ਸਨ ਜੀ। ਤੇ ਇਸ ਤਰ੍ਹਾਂ ਕੁਝ ਲੋਕ, ਕੁਝ ਗਰਮਾਇਸ਼ ਤੇ ਲੱਗ ਰਹੀ ਹੈ। ਬਸ ਇਹ ਹੈ ਕਿ ਇੱਕ ਡਰਾਈਵ ਚਾਹੀਦੀ ਹੈ ਰੈਲੀ ਆਬਵੀਅਸਲੀ ਕੱਢੀ ਇਹਨਾਂ ਨੇ ਲਾਹੌਰ ਚ ਤੇ ਪੰਜਾਬ ਜੀ, एक ड्राइव चाहिए, ਜੀ मगर ਜੀ जी जी मतलब आई डोंट नो व्हाट विल बी नेक्स्ट। एक गुगली ਜਿਹੀ ਹੈ ਜਿਹਨੂੰ ਕੁਝ ਸਮਝ ਨਹੀਂ ਸਕਦਾ ਬੰਦਾ ਕਿ ਕੀ ਹੋ ਰਿਹਾ ਹੈ। ਮਗਰ ਅਗਰ ਤੁਸੀਂ ਓਵਰਆਲ ਕੰਟਰੀ ਦੇ ਜਿਹੜੀ ਯੂਥ ਹੈ ਉਹਨੂੰ ਦੇਖੋ, ਜਾਂ ਲੋਕਾਂ ਨੂੰ ਦੇਖੋ, ਜਾਂ ਰਿਐਕਸ਼ਨ ਦੇਖੋ ਕਿਸੇ ਮਾਮਲੇ ਦੇ ਵਿੱਚ, ਉਹ ਬੜਾ ਮਤਲਬ ਸਖਤ ਆਂਦਾ ਹੈ। ਕੋਈ ਵੀ ਐਕਸ਼ਨ जी ਹੁੰਦਾ ਹੈ जी ਨਾ जी ਇਹ ਗਵਰਨਮੈਂਟ ਦੀ ਤਰਫੋਂ, ਜਾਂ तो ਉਹਦਾ ਇੱਕ ਬੜਾ ਸਖਤ ਆਂਦਾ, ਇਟ ਮੀਨਸ ਕਿ ਸ਼ੌਰ ਤੇ ਇਮਰਾਨ ਖਾਨ ਨੇ ਦੇ ਦਿੱਤਾ ਨਾ ਜੀ। ਅੱਛਾ, ਨੈਕਸਟ ਕੁਐਸਚਨ ਹੈ ਕਿ ਇਮਰਾਨ ਖਾਨ ਦੇ ਬੱਚੇ ਜਿਹੜੇ ਨੇ, ਬੇਟੇ ਦੋਨੋਂ ਕਾਸਿਮ ਔਰ ਸਲਮਾਨ ਆ ਰਹੇ ਸਨ ਪਾਕਿਸਤਾਨ, ਕੀ ਸਮਝਦੇ ਹੋ ਕਿ ਉਹਦੇ ਚ ਕੋਈ ਠੰਡ ਹੋ ਗਈ ਹੈ, ਜਾਂ ਮਤਲਬ ਇਟਸ ਸਟਿਲ ਇਨ ਐਕਸ਼ਨ, ਐਂਡ ਕੋਈ ਉਮੀਦ ਰੱਖਦੇ ਹੋ ਤੁਸੀਂ? ਗੱਲ ਇਹ ਹੈ ਕਿ ਉਹ ਦੋਵੇਂ ਬੱਚੇ ਨੇ ਟਰੰਪ ਕਾਰਡ, ਠੀਕ ਹੈ ਨਾ, ਤੁਰਕ ਦਾ ਪੱਥਰ ਨੇ। ਠੀਕ। ਉਹ ਐਵੇਂ ਇੱਕ ਸੂਟ ਦੇਣਗੇ, ਉਹ ਐਵੇਂ ਨਹੀਂ ਸੁੱਟਣਗੇ। ਉਹ ਸਹੀ। ਉਹਦੇ ਲਈ ਇੱਕ ਮਾਹੌਲ ਬਣੇਗਾ, ਮਾਹੌਲ ਬਣਨ ਦੇ ਬਾਅਦ ਉਹ ਆਣਗੇ। ਉਹ ਆਣਗੇ, ਇਹ ਗੱਲ ਮੈਂ ਤੁਹਾਨੂੰ ਦੱਸ ਦਿਆਂ, ਤੇ ਇੰਟਰਨੈਸ਼ਨਲ ਮੀਡੀਆ ਲੈ ਕੇ ਕਾਂਗਰਸਮੈਨ ਉਹਨਾਂ ਦੇ ਨਾਲ ਹੋਣਗੇ, ਹਾਊਸ ਆਫ ਕਾਮਨ ਲਾਰਡਸ ਦੇ ਅਰਕਾਨ ਹੋਣਗੇ, ਤੇ ਬਹੁਤ ਸਾਰੇ ਪੋਲੀਟੀਸ਼ੀਅਨ ਦੁਨੀਆ ਦੇ ਹੋਣਗੇ ਰਿਨਾਊਂਡ, ਉਹ ਆਣਗੇ ਤੇ ਉਹ ਆ ਕੇ ਇੱਥੇ ਉਹਨਾਂ ਦੇ ਨਾਲ ਹੋਣਗੇ। ਉਹ ਕੋਈ ਮਤਲਬ ਇਕੱਲੇ ਨਹੀਂ ਆ ਰਹੇ, ਤੇ ਉਹਦੇ ਲਈ ਉਹ ਟਾਈਮ ਚੈਨ ਕਰਨਗੇ। ਫਿਰ ਉਹ ਲੌਬੀਇਸਟ ਲੈਣਗੇ, ਲੌਬਿੰਗ ਹੋਏਗੀ, ਪਾਰਟੀ ਦੇ ਵਿੱਚ ਥੋੜਾ ਹਲਚਲ ਹੋਏਗੀ, ਫਿਰ ਇੱਕ ਮਾਹੌਲ ਬਣੇਗਾ, ਫਿਰ ਆਣਗੇ। ਤੇ ਕਹਿੰਦੇ ਨੇ ਲੜਾਈ ਦਾ ਵਕਤ ਤੇ ਜਗ੍ਹਾ ਆਪ ਮੁੰਤਖਬ ਕਰਨੀ ਚਾਹੀਦੀ ਹੈ, ਦੂਜੇ ਦੀ ਵਿਕਟ ਤੇ ਨਹੀਂ ਖੇਡੀਦਾ। ਉਹ ਆਪਣਾ ਵਕਤ ਆਪ ਤੈਅ ਕਰਨਗੇ, ਜਦੋਂ ਸਮਝਣਗੇ ਕਿ ਜ਼ਰੂਰੀ ਹੈ ਉਹ ਆ ਜਾਣਗੇ। ਜੀ ਜੀ, ਬਿਲਕੁਲ ਆਉਣ ਦੇ ਤਾਂ ਸਹੀ। ਅਗਰ ਉਹਨਾਂ ਨੇ ਆਣਾ ਨਹੀਂ ਹੁੰਦਾ ਤੇ ਉਹ ਫਿਰ ਇਸ ਚੀਜ਼ ਨੂੰ ਅਨਾਉਂਸ ਨਹੀਂ ਕਰਦੇ। ਦੂਸਰਾ ਇਹ ਕਿ ਉਹਨਾਂ ਨੇ ਆ ਕੇ ਇੰਟਰਵਿਊ ਵੀ ਦਿੱਤਾ। ਦੇ ਆਰ ਵੈਰੀ ਮਚ ਇੰਟਰਸਟਿਡ ਬਿਕਾਜ਼ देयर ਫਾਦਰ ਇਜ਼ ਇਨ ਜੇਲ ਸਿੰਸ 2 ਇਅਰਸ, ਸੋ ਉਹਨਾਂ ਦਾ ਵੈਸੇ ਵੀ ਆਣਾ ਬੰਦਾ ਹੈ।
ਔਰ ਉਹਦੇ ਨਾਲ ਫਿਰ ਸਾਡੇ ਮੁਲਕ ਦੇ, ਕਿਉਂਕਿ ਇੱਕ ਹੈਡਲੈਸ ਚਿਕਨ ਦੀ ਤਰ੍ਹਾਂ ਪੀਟੀਆਈ ਚੱਲ ਰਹੀ ਹੈ, ਤੇ ਲੀਡਰ ਤੇ ਜੇਲ੍ਹ ਵਿੱਚ ਹੈ, ਔਰ ਉਹਨਾਂ ਨੂੰ ਕੋਈ ਤੇ ਥ੍ਰਾਈਵ ਚਾਹੀਦੀ ਹੈ ਉਸ ਆਵਾਮ ਨੂੰ ਜਿਨ੍ਹਾਂ ਨੂੰ ਇਮਰਾਨ ਖਾਨ ਨੇ ਹਜੂਮ ਤੋਂ ਕੌਮ ਬਣਾਇਆ, ਤੇ ਆਬਵੀਅਸਲੀ ਲੀਡਰ ਇਜ਼ ਆਲਵੇਜ਼ ਨੀਡਡ। ਤੇ ਉਹਦੇ ਬੱਚੇ ਵੀ ਸਾਫ਼ ਜ਼ਾਹਿਰ ਹੈ ਇੱਕ ਜੰਬਿਸ਼ ਔਰ ਇੱਕ ਲਹੂ ਦੇ ਵਿੱਚ ਗਰਮੀ ਤੇ ਲਿਹਾਨ ਗਈ। ਅੱਛਾ, ਮੇਰਾ ਨੈਕਸਟ ਕੁਐਸਚਨ ਹੈ ਤੁਹਾਡੇ ਕੋਲੋਂ ਕਿ ਜਿਹੜੇ ਟਰੰਪ ਦੇ ਬਾਰੇ ਚ ਬਿਫੋਰ ਇਲੈਕਸ਼ਨਸ, ਯੂਐਸ ਇਲੈਕਸ਼ਨਸ, ਉਹਨਾਂ ਨੇ ਉਹ ਬੜੇ ਵਾਅਦੇ ਕੀਤੇ ਪਾਕਿਸਤਾਨੀਆਂ ਨਾਲ, ਔਰ ਪਾਕਿਸਤਾਨੀਆਂ ਦੀਆਂ ਵੀ ਬਹੁਤ ਤਵੱਕੁਆਤ ਉਹਨਾਂ ਨੇ ਬੰਨ ਲਈਆਂ, ਉਮੀਦਾਂ ਬੰਨ ਲਈਆਂ। ਤੇ ਕੀ ਖਿਆਲ ਹੈ ਤੁਹਾਡਾ ਕਿ ਲਾਈਕ ਵਾਏ ਉਹ ਆਪਣਾ ਵਾਅਦੇ ਪੂਰੇ ਨਹੀਂ ਹੋ ਰਹੇ ਹੁੰਦੇ ਸਾਨੂੰ ਨਜ਼ਰ ਆ ਰਹੇ, ਔਰ ਪਾਕਿਸਤਾਨ ਮਤਲਬ ਕੀ ਅਹਿਮੀਅਤ ਹੈ ਪਾਕਿਸਤਾਨ ਦੀ, ਮੈਂ ਐਸਾ ਉਹ ਹਾਂਜੀ। ਮੈਂ ਤੁਹਾਨੂੰ ਦੱਸਾਂ, ਦੇਖੋ ਗੱਲ ਹੈ ਵੇ, ਦੁਨੀਆ ਦਿਲ ਨਾਲ ਨਹੀਂ ਚੱਲਦੀ, ਦੁਨੀਆ ਦਿਮਾਗ ਨਾਲ ਚੱਲਦੀ। ਹੂੰ। ਦੁਨੀਆ ਮੁਫਾਦਾਤ ਦੇ ਨਾਲ ਚੱਲਦੀ ਹੈ। ਬਿਲਕੁਲ। ਉਹਨਾਂ ਦਾ ਪਾਕਿਸਤਾਨ ਦੇ ਨਾਲ ਮੁਫਾਦ ਹੈ, ਉਹਨਾਂ ਨੇ ਈਰਾਨ ਨੂੰ ਟੈਕਲ ਕਰਨਾ ਹੈ, ਚੀਨ ਨੂੰ ਟੈਕਲ ਕਰਨਾ ਹੈ। ਪਾਕਿਸਤਾਨੀ ਦੇ ਵਿੱਚ ਲਿਥੀਅਮ ਦੇ ਬੜੇ ਵੱਡੇ ਜ਼ਖਾਇਰ ਨੇ ਜਿਹੜੇ ਉਹਨਾਂ ਦੀ ਹੂੰ। ਜ਼ਰੂਰਤ ਹੈ। ਠੀਕ ਹੈ ਨਾ। ਹੂੰ। ਫਿਰ ਜੀ। ਉਹਨਾਂ ਨੇ ਇੱਥੇ ਬਹਿ ਕੇ ਅਫਗਾਨਿਸਤਾਨ ਨੂੰ ਕੰਟਰੋਲ ਕਰਨਾ ਹੈ। ਤੇ ਉਹ ਹੂੰ। ਇਮਰਾਨ ਖਾਨ ਦੇ ਲਈ ਆਪਣੇ ਜਿਹੜੇ ਮੁਲਕੀ ਮੁਫਾਦਾਤ ਨੇ ਉਹਨਾਂ ਨੂੰ ਤੇ ਦਾਅ ਤੇ ਨਹੀਂ ਲਾਣਗੇ। ਉਹ ਟਰੰਪ ਹੂੰ। ਜੈਸਾ ਤੋਤਾ ਚਿਸ਼ਮ ਆਦਮੀ ਜਿਹਨੇ ਐਲੋਨ ਮਸਕ ਨੂੰ, ਜਿਹੜਾ ਉਹਦਾ ਮੋਹਸਿਨ ਸੀ, ਉਹਨੂੰ ਚੁੱਕ ਕੇ ਬਾਹਰ ਸੁੱਟਤਾ, ਤੇ ਉਹਦੇ ਲਈ ਇਹ ਕੋਈ ਮੈਟਰ ਨਹੀਂ ਕਰਦਾ ਕਿ ਉਹ ਆਪਣੀ ਗੱਲ ਤੋਂ ਫਿਰ ਜਾਏ। ਲੇਕਿਨ ਇਹ ਹੂੰ। ਗੱਲ ਮੈਂ ਤੁਹਾਨੂੰ ਦੱਸ ਦਿਆਂ ਕਿ ਮੇਰਾ ਨਾ ਪੋਲੀਟੀਕਲ ਹੈ ਤਜਜ਼ੀਆ ਹੈਗਾ ਕਿ ਟਰੰਪ ਕਿਸੇ ਨਾ ਕਿਸੇ ਥਾਂ ਤੇ ਇਮਰਾਨ ਦੀ ਗੱਲ ਕਰੇਗਾ, ਲੇਕਿਨ ਹੂੰ। ਹੁਣੇ ਨਹੀਂ ਕਰੇਗਾ। ਹੁਣੇ ਉਹਦੇ ਮੁਫਾਦਾਤ ਕੁਝ ਹੋਰ ਨੇ ਪਾਕਿਸਤਾਨ ਦੇ ਨਾਲ। ਉਹਨੂੰ ਪਤਾ ਹੈਗਾ ਕਿ ਇਹ ਮੁਫਾਦਾਤ ਜਿਹੜੇ ਨੇ ਸਾਡੇ ਫੀਲਡ ਮਾਰਸ਼ਲ ਤੋਂ ਹੀ ਪੂਰੇ ਹੋਣੇ, ਇਸ ਲਈ ਉਹ ਹੂੰ। ਖਾਮੋਸ਼ ਹੈਗਾ। ਜਿਸ ਦਿਨ ਵੀ ਸਹੀ। ਉਹਨੂੰ ਇਹ ਸਮਝ ਆਈ ਕਿ ਮੇਰੇ ਇਹ ਚੀਜ਼ਾਂ ਪੂਰੀ ਹੋ ਗਈਆਂ ਨੇ, ਉਹ ਤੁਸੀਂ ਦੇਖ ਲੈਣਾ ਕਿ ਉਹ ਇੱਕ ਮੂਵ ਕਰੇਗਾ। ਐਸੇ ਲਈ ਅਮਰੀਕਾ ਦੇ ਵਿੱਚ ਉਹ ਜਿਹੜਾ ਡੈਮੋਕ੍ਰੈਟਿਕ ਬਿੱਲ ਹੈਗਾ ਨਾ, ਉਹ ਪੈਂਡਿੰਗ ਹੂੰ। ਹੈਗਾ, ਉਹ ਅੱਛਾ। ਪੇਸ਼ ਨਹੀਂ ਹੋ ਰਿਹਾ, ਕਿਉਂਕਿ ਇੱਕ ਤਲਵਾਰ ਹੈ ਲਟਕਦੀ ਜਿਹੜੀ ਪਾਕਿਸਤਾਨੀ ਤਾਕਤਵਰ ਹੁਕਮਰਾਨਾਂ ਦੇ ਸਿਰ ਦੇ ਉੱਤੇ ਲਟਕ ਰਹੀ ਹੈ। ਉਹ ਜਿਸ ਦਿਨ ਵੀ ਹੂੰ। ਲੈਣ ਦੀ ਤੇ ਪਾਸ ਹੋ ਗਈ ਤੇ ਸਾਡੇ ਜਿਹੜੀ ਕਿਆਦਤ ਹੈ ਉਹਦੇ ਲਈ ਮਸਾਇਲ ਇਕੱਠੇ ਹੋ ਜਾਣਗੇ। ਤੇ ਉਹ ਹੂੰ। ਉਹਨਾਂ ਨੇ ਰੱਖੀ ਹੈ ਸਾਈਡ ਤੇ, ਮੌਕੇ ਦੇ ਆਉਣ ਦੇ ਲਈ ਜਦੋਂ ਮੌਕਾ ਪਏਗਾ ਕਰਨਗੇ। ਲੇਕਿਨ ਇਹ ਗੱਲ ਮੈਂ ਤੁਹਾਨੂੰ ਦੱਸ ਦਿਆਂ ਕਿ ਟਰੰਪ ਨੇ ਇਮਰਾਨ ਖਾਨ ਦੀ ਗੱਲ ਕਰਨੀ ਹੈ, ਹੁਣੇ ਨਹੀਂ ਕਰੇਗਾ, ਦੇਰ ਨਾਲ ਕਰੇਗਾ ਜ਼ਰੂਰ ਹੈ। ਮੈਂ ਤੁਹਾਨੂੰ ਦੱਸ ਦਿਆਂ ਕਿ ਉਹਦੀ ਮੈਂ ਜਿੰਨੀ ਨਫਸਿਆਤ ਸਮਝਦਾ। ਹਾਂਜੀ, ਉਹਨੂੰ ਕਰਨੀ ਪਵੇਗੀ ਵੀ, ਕਿਉਂਕਿ ਸਾਫ਼ ਜ਼ਾਹਿਰ ਹੈ ਆਵਾਮ ਤੇ ਨਾਲ ਹਕੂਮਤਾਂ ਚੱਲਦੀਆਂ, ਆਵਾਮ ਤੇ ਇਮਰਾਨ ਖਾਨ ਨਾਲ ਹੈ। आवाम देखो ना ਜਿਹੜੀ स्ट्रेंथ है पाकिस्तान ਦੀ, ਵੀ ਹਮ ਉਸको ਉਹਨੂੰ ਅਸੀਂ ਨਹੀਂ ਕਰ ਸਕਦੇ ਨਾ, ਓਵਰਰਾਈਡ ਨਹੀਂ ਕਰ ਸਕਦੇ। ਇਹ ਤੇ ਇੰਪੋਰਟੈਂਟ ਹੀ ਹੈ। ਦੇਖੋ ਆਲਦੋ ਜੀ, ਕਿ ਅੱਛਾ ਇੱਕ ਜੀ। ਦਫਾ ਜੀ ਟਰੰਪ ਜੀ। ਨੇ ਜਾਂ ਉਹਦੇ ਦੋ ਤਿੰਨ ਲੋਕਾਂ ਨੇ ਟਵੀਟ ਕੀਤੀ ਇਮਰਾਨ ਦੇ ਲਈ, ਤੇ ਉਹ ਆਪ ਹੈਰਾਨ ਹੋ ਗਏ ਕਿ ਹੂੰ। ਸਾਡੀ ਜਿਹੜੀ ਟਵੀਟ ਚੰਦ ਹਜ਼ਾਰ ਤੱਕ ਜਾਂਦੀ ਸੀ, ਉਹ ਮਿਲੀਅਨਸ ਹੀ ਚਲੀ ਗਈ। ਉਹਨਾਂ ਨੂੰ ਅੰਦਾਜ਼ਾ ਹੈ ਇਮਰਾਨ ਦੀ ਪਪੂਲੈਰਿਟੀ ਦਾ, ਐਡੀ ਗੱਲ ਜੀ। ਨਹੀਂ ਗੀ। ਲੇਕਿਨ ਅਸਲ ਵਿੱਚ ਅਮਰੀਕਾ ਨੂੰ ਕਦੇ ਵੀ ਪਪੂਲਰ ਲੀਡਰ ਨਹੀਂ ਚਾਹੀਦਾ ਹੁੰਦਾ। ਹਾਂ। ਉਹਨਾਂ ਨੂੰ ਇੱਕ ਤਾਕਤਵਰ ਹੁਕਮਰਾਨ ਚਾਹੀਦਾ ਹੁੰਦਾ ਜਿਹਦੇ ਨਾਲ ਉਹ ਸਿੰਗਲ ਹੈਂਡਡਲੀ ਡੀਲ ਕਰ ਸਕਣ। ਐਡੀ ਜੀ ਗੱਲ ਹੈ ਟੋਟਲ। ਤਾਂ ਜੋ ਸਿਚੁਏਸ਼ਨ ਇਸ ਵਕਤ ਨਜ਼ਰ ਆ ਰਹੀ ਹੈ ਹੁਣ, ਅਕੋਰਡਿੰਗ ਟੂ ਸਾਡੀ ਅੱਜ ਜਿਹੜੀ ਸਾਰੇ ਗੱਲਬਾਤ ਹੋਈ ਹੈ ਉਹਦੇ ਮੁਤਾਬਕ ਇਹ ਵੇ ਕਿ ਨੈਕਸਟ 10 ਸਾਲ ਜੋ ਸਾਹਮਣੇ ਨਜ਼ਰ ਆ ਰਿਹਾ, ਜੋ ਨਕਸ਼ਾ ਪੇਂਟ ਕੀਤਾ ਜਾ ਰਿਹਾ ਕਿ ਬਈ ਅਗਲੇ 10 ਸਾਲ ਜਿਹੜੇ ਤੁਸੀਂ ਬਸ ਡਿਕਟੇਟਰਸ ਹੀ ਰਹਿਣਗੇ, ਔਰ ਹਕੂਮਤ ਜਿਹੜੀ ਉਹਦੇ ਵਿੱਚ ਵੀ ਤੇ ਫਿਰ ਇਹ ਦੇਖੋ ਮੁਰਾਦ ਸਈਦ ਵੀ ਸੈਨੇਟ ਵਿੱਚ ਆ ਗਿਆ। ਉਧਰੋਂ ਇਸ ਤਰ੍ਹਾਂ ਨਜ਼ਰ ਆ ਰਿਹਾ ਲਾਈਕ 50% ਹੀਅਰ 50% ਦੇਅਰ, ਲਾਈਕ ਕੁਛ ਪਿਕਚਰ ਕਲੀਅਰ ਨਜ਼ਰ ਨਹੀਂ ਨਹੀਂ, ਆਉਂਦੀ। ਅਸੀਂ ਇਹ ਸਮਝੋ ਕਿ ਇੱਕ ਫਾਈਨਲ ਤਸਾਦੁਮਲ ਜਾ ਰਿਹਾ ਹੈ। ਤੇ ਹਾਂ। ਇਹਦੇ ਵਿੱਚ ਉਹਨਾਂ ਨੇ ਵੀ ਦੇਖੋ ਨਾ ਮੁਰਾਦ ਸਈਦ ਨੂੰ ਸੈਨੇਟ ਵਿੱਚ ਪਹੁੰਚਾਤਾ ਨਾ, ਜਿਹਦੇ ਤੇ ਕਿਹਾ ਜਾਂਦਾ ਕਿ ਰਿਆਸਤ ਉਹਨੂੰ ਕਬੂਲ ਨਹੀਂ ਕਰਦੀ, ਤੇ ਉਹਨਾਂ ਨੇ ਹਾਂ। ਉਹਨੂੰ ਸੈਨੇਟਰ ਬਣਾਤਾ। ਗੱਲ ਨੂੰ ਐਗਜ਼ੈਕਟਲੀ। ਸਮਝੋ ਤੁਸੀਂ ਮੇਰੀ। ਤੇ ਜੀ ਜੀ। ਇਹਦਾ ਮਤਲਬ ਹੈਗਾ ਕਿ ਉਹਨਾਂ ਨੂੰ ਵੀ ਮੈਸੇਜ ਖਾਨ ਸਾਹਿਬ ਵੱਲੋਂ ਚਲਾ ਗਿਆ ਨਾ ਕਿ ਉਹ ਕੋਈ ਕੰਪਰੋਮਾਈਜ਼ ਨਹੀਂ ਕਰਨਗੇ। ਠੀਕ ਹੈ ਨਾ। ਤੇ ਇਧਰੋਂ ਵੀ ਚਲਾ ਗਿਆ, ਤੇ ਹੁਣ ਇਹ ਟਕਰਾਓ ਦੇ ਨਤੀਜੇ ਜੋ ਹੁੰਦਾ ਉਹ ਦੇਖੋ ਕੀ ਹੁੰਦਾ ਹੈ। ਲੇਕਿਨ ਇਹ ਮੈਂ ਤੁਹਾਨੂੰ ਦੱਸ ਦਿਆਂ ਕਿ ਜੇ ਖੁਦਾ ਨਾ ਖਾਸਤਾ ਇਮਰਾਨ ਖਾਨ ਦਾ ਨੈਰੇਟਿਵ ਕਮਜ਼ੋਰ ਪਿਆ ਤੇ ਪਾਕਿਸਤਾਨ ਲਈ ਚੰਗਾ ਨਹੀਂ। ਜੀ ਬਿल्कुल। बिल्कुल।
ਸ਼ੁਕਰੀਆ ਬਹੁਤ ਬਹੁਤ ਰਾਣਾ ਸਾਹਿਬ ਤੁਹਾਡਾ। ਅਸੀਂ ਇਹ ਜਿਹੜੀ ਬੈਠਕ ਇਹ ਲਾਉਂਦੇ ਰਵਾਂਗੇ ਹਰ ਵੀਕ ਅਗਰ ਹੋ ਸਕਿਆ ਤੇ। ਕੀ ਖਿਆਲ ਹੈ ਤੁਹਾਡਾ? ਪਾਕਿਸਤਾਨ ਦੇ ਮੈਨੂੰ ਜਿਹੜੇ ਬਹੁਤ ਖੁਸ਼ੀ ਹੋਏਗੀ ਮਸਲੇ ਤੇ ਮਸਾਇਲ ਨੇ, ਪੋਲੀਟੀਕਲ ਸਾਫ਼ ਜ਼ਾਹਿਰ ਹੈ ਕਿ ਪੋਲੀਟੀਕਲ ਤੇ ਹੁੰਦੇ ਹੀ ਨੇ, ਉਹਦੇ ਬਗੈਰ ਤੇ ਕੰਟਰੀਜ਼ ਨਹੀਂ ਚੱਲਦੀਆਂ। ਔਰ ਜਿਹੜੇ ਸੋਸ਼ਲ ਮਸਾਇਲ ਨੇ ਪਾਕਿਸਤਾਨ ਦੇ, ਕਿਉਂਕਿ ਬਹੁਤ ਸਾਰੇ ਐਸੇ ਮਾਮਲਾਤ ਨੇ ਕੰਟਰੀ ਦੇ ਵਿੱਚ, ਮੁਲਕ ਦੇ ਵਿੱਚ, ਨੌਜਵਾਨਾਂ ਦੇ ਵਿੱਚ, ਆਮ ਲੋਕਾਂ ਦੇ ਵਿੱਚ, ਜਿਹੜੇ ਡਿਸਕਸ ਕੀਤੇ ਜਾ ਸਕਦੇ ਨੇ। ਔਰ ਆਪਣੀ ਜ਼ਬਾਨ ਵਿੱਚ ਇਨਸਾਨ ਸੋਚਦਾ ਪਹਿਲਾਂ, ਉਹਦੇ ਬਾਅਦ ਫਿਰ ਉਹ ਟਰਾਂਸਲੇਟ ਕਰਦਾ ਦੂਸਰੀ ਲੈਂਗੁਏਜ ਵਿੱਚ, ਭਾਵੇਂ ਉਰਦੂ ਕਰ ਲਓ, ਇੰਗਲਿਸ਼ ਕਰ ਲਓ, ਕੋਈ ਹੋਰ ਲੈਂਗੁਏਜ ਕਰ ਦੋ ਦੁਨੀਆ ਦੀ। ਤੇ ਇਹ ਇੱਕ ਮਾਂ ਬੋਲੀ ਜ਼ਬਾਨ ਹੈ, ਤੇ ਇਹਦੇ ਵਿੱਚ ਵੀ ਗੱਲਬਾਤ ਕਰਨਾ ਮੇਰਾ ਖਿਆਲ ਹੈ ਕਿ ਜ਼ਰੂਰੀ ਹੈ। ਤੇ ਪਾਕਿਸਤਾਨ ਵਾਸਤੇ ਦੁਆ ਗੋ ਹਾਂ ਕਿ ਜਿਹੜੇ ਪਾਕਿਸਤਾਨ ਹੈ ਉਹਦੇ ਵਾਸਤੇ ਅੱਲਾ ਬਿਹਤਰ ਕਰੇ, ਪਾਕਿਸਤਾਨੀਆਂ ਦੇ ਉੱਤੇ ਰਹਿਮੋ ਕਰਮ ਕਰੇ। ਆਮੀਨ। ਇਮਰਾਨ ਖਾਨ ਜਿਹੜੇ ਨੇ ਉਹ ਇੱਕ ਮੁਹਿੱਬੇ ਵਤਨ ਪਾਕਿਸਤਾਨੀ ਨੇ, ਉਹਨਾਂ ਨੂੰ ਆਜ਼ਾਦੀ ਮਿਲੇ ਔਰ ਆਪਣੇ ਮਿਸ਼ਨ ਜਿਹੜਾ ਉਹਨਾਂ ਦਾ ਉਹ ਕੰਪਲੀਟ ਹੋਵੇ, ਆਪਣੀ ਸ਼ਰਤਾਂ ਦੇ ਉੱਤੇ ਉਹਨਾਂ ਨੂੰ ਆਜ਼ਾਦੀ ਮਿਲੇ। ਤੇ ਪਾਕਿਸਤਾਨ ਜ਼ਿੰਦਾਬਾਦ। इंशाल्लाह ताला फिर थैंक यू जी, नेक्स्ट सेशन है थैंक यू। जी। थैंक यू सो मच फॉर योर टाइम। इंशाल्लाह, ओके जी, इंशाल्लाह, थैंक यू, हाफिज। थैंक यू।